ज़्यादातर ये प्रॉब्लम ख़वातीन ਨੂੰ ਹੁੰਦਾ ਹੈ और उस प्रॉब्लम ਦਾ ਨਾਮ ਹੈ ਹੀਮੋਗਲੋਬਿਨ ਦੀ ਕਮੀ। ਆਲਮੋਸਟ 6% ਦੁਨੀਆ ਦੀ ਆਬਾਦੀ ਨੂੰ ਐਨੀਮੀਆ ਹੈ, ਜਿਹਨੂੰ ਖੂਨ ਦੀ ਕਮੀ ਕਹਿੰਦੇ 6%। ਤੇ ਤੁਸੀਂ ਉਸ 6% 'ਚ ਹੈਗੇ ਹੋ ਤੇ ਫੌਰਨ ਤੋਂ ਪਹਿਲਾਂ ਉਹਦੇ 'ਚੋਂ ਬਾਹਰ ਨਿਕਲੋ। ਫਿਰ ਇਸ ਤੋਂ ਇਲਾਵਾ ਤੁਹਾਡੇ ਪੈਰ ਅਕਸਰ ਲੋਕਾਂ ਦੇ ਠੰਡੇ ਰਹਿੰਦੇ ਨੇ, ਹੱਥ ਵੀ ਠੰਡੇ ਰਹਿੰਦੇ ਨੇ। ਤੁਸੀਂ ਉਹਨਾਂ ਨਾਲ ਹੱਥ ਮਿਲਾਓ, ਇਸ ਤਰ੍ਹਾਂ ਹੱਥ ਟੱਚ ਕਰੋ ਤਾਂ ਇੰਜ ਫੀਲ ਹੋਏਗਾ ਜਿਵੇਂ ਬਰਫ਼ ਵਾਲੇ ਹੱਥ ਨੇ, ਜਾਂ ਉਹਨਾਂ ਦੇ ਪੈਰ ਉਹਨਾਂ ਨੂੰ ਖੁਦ ਹੀ ਫੀਲ ਹੁੰਦੇ ਨੇ ਕਿ ਬਰਫੀਲੇ ਪੈਰ ਹੋਏ ਹੋਏ ਨੇ, ਠੰਡੇ ਪੈਰ ਨੇ। ਖਾਸ ਤੌਰ ਤੇ ਜਦੋਂ ਰਾਤ ਨੂੰ ਲੇਟਦੇ ਨੇ ਉਹਨਾਂ ਨੂੰ ਉਹ ਪੈਰ ਠੰਡੇ ਫੀਲ ਹੁੰਦੇ ਨੇ। ਅਗਰ ਸ਼ਾਰਟਨੈਸ ਆਫ ਬਰੀਥ ਹੈ, ਜਲਦੀ ਜਲਦੀ ਸਾਂਸ ਚੜ੍ਹਦਾ ਤੇ ਤੁਹਾਨੂੰ ਆਇਰਨ ਵੀ ਘੱਟ ਹੈ ਤੇ ਤੁਹਾਡੀ ਬਾਡੀ 'ਚ ਖੂਨ ਦੀ ਕਮੀ ਹੈ, ਤੁਹਾਡੀ ਆਕਸੀਜਨ ਦੀ ਸਪਲਾਈ ਵੀ ਘੱਟ ਹੋ ਸਕਦੀ ਹੈ। ਹੈਲੋ एवरीवन, दिस इज़ डॉक्टर मुर्तज़ा। ਐਜ਼ ਯੂਜੂਅਲ ਅਸੀਂ ਅੱਜ ਵੀ ਤੁਹਾਡੇ ਲਈ ਇੱਕ ਬੜੀ ਹੀ ਬੈਨੀਫੀਸ਼ੀਅਲ ਜਿਹਾ ਇੰਟਰਵਿਊ ਲੈ ਕੇ ਆਏ ਹਾਂ। ਤੁਹਾਡੇ ਲਈ ਕਾਫੀ ਸਾਰੀਆਂ ਇਹਦੇ 'ਚ ਚੀਜ਼ਾਂ ਹੋਣਗੀਆਂ, ਬਹੁਤ ਹੀ ਫਾਇਦਾਮੰਦ ਚੀਜ਼ਾਂ ਨੇ, ਜਿਹਦੇ 'ਚ ਮੋਸਟ ਕਾਮਨ ਤੁਹਾਡਾ ਜਿਹੜਾ ਇਸ਼ੂ ਹੈ ਉਹਨੂੰ ਅੱਜ ਡਿਸਕਸ ਕੀਤਾ ਜਾਏਗਾ। ਇਹ ਅਕਸਰ ਲੋਕਾਂ ਨੂੰ ਇਹ ਇਸ਼ੂ ਹੁੰਦਾ ਹੈ, ਅਕਸਰ ਲੇਡੀਜ਼ ਨੂੰ ਇਸ਼ੂ ਹੁੰਦਾ ਹੈ, ਜ਼ਿਆਦਾਤਰ ਇਹ ਪ੍ਰੋਬਲਮ ਖਵਾਤੀਨ ਨੂੰ ਹੁੰਦਾ ਹੈ ਔਰ ਉਸ ਪ੍ਰੋਬਲਮ ਦਾ ਨਾਮ ਹੈ ਹੀਮੋਗਲੋਬਿਨ ਦੀ ਕਮੀ ਜਾਂ ਐਨੀਮੀਆ ਦਾ ਮਰਜ਼ ਜਾਂ ਖੂਨ ਦੀ ਕਮੀ ਹੋਣਾ ਜਾਂ ਖੂਨ 'ਚ ਰੈੱਡ ਬਲੱਡ ਸੈਲਸ ਦੀ ਕਮੀ ਹੋ ਜਾਣਾ। ਇਹ ਅਕਸਰ ਬਹੁਤ ਸਾਰੀ ਵਜੂਹਾਤ ਨਾਲ ਹੁੰਦਾ। ਇਹਦੀ ਆਪਾਂ ਵਜੂਹਾਤ ਵੀ ਅੱਜ ਡਿਸਕਸ ਕਰਾਂਗੇ, ਇਹਦੀ ਕਾਜ਼ਜ਼, ਇਹਦੀ ਸਿੰਪਟਮਸ ਵੀ ਡਿਸਕਸ ਕਰਾਂਗੇ, ਇਹਦੇ ਨਾਲ ਹੁੰਦਾ ਕੀ ਹੈ। ਫਿਰ ਇਹਦੇ ਵਾਸਤੇ ਜਿਹੜੀਆਂ ਬੁਰੀਆਂ ਚੀਜ਼ਾਂ ਨੇ ਨਹੀਂ ਖਾਣੀਆਂ ਚਾਹੀਦੀਆਂ ਉਹ ਵੀ ਡਿਸਕਸ ਕਰਾਂਗੇ, ਤੇ ਇਹਦੇ ਵਾਸਤੇ ਜਿਹੜੀਆਂ ਅੱਛੀਆਂ ਚੀਜ਼ਾਂ ਨੇ ਖਾਣੀਆਂ ਚਾਹੀਦੀਆਂ ਉਹ ਵੀ ਡਿਸਕਸ ਕਰਾਂਗੇ। ਤੇ ਐਂਡ ਤੇ ਤੁਹਾਨੂੰ ਮੈਂ ਇਹਦੀ ਦਵਾਈ ਵੀ ਦੱਸਾਂਗਾ ਕਿ ਇਹਨੂੰ ਕਿਸ ਤਰ੍ਹਾਂ ਆਪਾਂ ਮੈਡੀਸਨ ਲੈ ਕੇ ਆਪਣੀ ਫੂਡ ਨੂੰ ਠੀਕ ਕਰਕੇ, ਆਪਣੇ ਲਾਈਫ ਸਟਾਈਲ ਨੂੰ ਠੀਕ ਕਰਕੇ ਤੇ ਆਪਾਂ ਕਿਸ ਤਰ੍ਹਾਂ ਇਹਨੂੰ ਬੈਟਰ ਕਰ ਸਕਦੇ ਹਾਂ। ਤੁਸੀਂ ਅਕਸਰ ਦੇਖਿਆ ਹੋਣਾ ਕਿ ਘਰ 'ਚ ਬੱਚੇ ਵੀ, ਬੜੇ ਵੀ, ਲੇਡੀਜ਼ ਖਾਸ ਤੌਰ ਤੇ ਇੱਕ ਚੀਜ਼ ਦੀ ਸ਼ਿਕਾਇਤ ਕਰਦੇ ਨੇ ਔਰ ਉਹ ਸ਼ਿਕਾਇਤ ਹੁੰਦੀ ਹੈ ਕਿ ਮੇਰੀ ਲੱਤਾਂ 'ਚ ਦਰਦ ਹੋ ਰਹੀ ਹੈ। ਖਾਸ ਤੌਰ ਤੇ ਜਦੋਂ ਮੈਂ ਰਾਤ ਨੂੰ ਲੇਟਦਾ ਜਾਂ ਲੇਟਦੀ ਹਾਂ ਤੇ ਮੇਰੇ ਲੱਤਾਂ 'ਚ ਖਾਸ ਤੌਰ ਤੇ ਪਿੰਡਲੀਆਂ ਵਾਲੀ ਜਗ੍ਹਾ ਤੇ, ਪਿੰਨੀਆਂ ਜਿਹਨੂੰ ਆਪਾਂ ਕਹਿੰਦੇ, ਉਹਦੇ 'ਚ ਪੇਨ ਹੁੰਦੀ ਹੈ, ਦਰਦ ਹੁੰਦੀ ਹੈ। ਇਹ ਦਰਦ ਕਿਸੇ ਰੀਜ਼ਨ ਨਾਲ ਹੁੰਦੀ ਹੈ, ਬਗੈਰ ਵਜ੍ਹਾ ਤੋਂ ਇਹ ਦਰਦ ਨਹੀਂ ਹੁੰਦੀ। ਜਦੋਂ ਤੁਹਾਨੂੰ ਇਹ ਦਰਦ ਹੋਏ ਤੁਸੀਂ ਫੌਰੀ ਤੌਰ ਤੇ ਆਪਣੇ 2-3 ਟੈਸਟ ਕਰਾਓ। ਪਹਿਲਾ ਟੈਸਟ ਤੁਸੀਂ ਆਪਣਾ ਕਰਾਉਣਾ ਹੈ ਆਇਰਨ ਦਾ, ਕਿ ਆਇਰਨ ਬਰਾਬਰ ਤੇ ਹੈ ਜਾਂ ਲੋ ਹੈ। ਅਗਰ ਬਰਾਬਰ ਤੇ ਹੈ ਤੇ ਤਦ ਵੀ ਉਹਨੂੰ ਤੁਸੀਂ ਲੋ ਹੀ ਸਮਝਣਾ ਹੈ, ਥੋੜ੍ਹਾ ਜਿਹਾ ਉੱਪਰ ਹੋਏ ਤਾਂ ਫਿਰ ਬੈਟਰ ਹੈ। ਦੂਸਰਾ ਤੁਸੀਂ ਆਪਣਾ ਟੈਸਟ ਕਰਾਉਣਾ ਹੈ ਹੀਮੋਗਲੋਬਿਨ ਦਾ, ਜਿਹਨੂੰ ਰੈੱਡ ਬਲੱਡ ਸੈਲਸ ਵੀ ਕਹਿੰਦੇ ਨੇ। ਇਹ ਖੂਨ ਦੀ ਕਮੀ ਹੁੰਦੀ ਹੈ। ਇਹ ਅਗਰ ਤੁਹਾਡਾ ਨਾਰਮਲ ਹੈ ਤਾਂ ਠੀਕ ਹੈ, ਨਾਰਮਲ ਰੇਂਜ ਦੇ ਅੰਦਰ ਹੈ। ਅਗਰ ਨਾਰਮਲ ਰੇਂਜ ਤੋਂ ਲੋ ਹੈ ਤਾਂ ਫਿਰ ਇਹਦੇ ਲਈ ਤੁਹਾਨੂੰ ਐਨੀਮੀਆ ਤੇ ਇਹ ਦਵਾਈ ਤੁਹਾਨੂੰ ਖਾਣੀ ਚਾਹੀਦੀ ਹੈ। ਤੀਸਰਾ ਤੁਸੀਂ ਟੈਸਟ ਆਪਣਾ ਕਰਾਉਣਾ ਵਿਟਾਮਿਨ ਡੀ ਦਾ। ਚੌਥਾ ਟੈਸਟ ਕਰਾਉਣਾ ਹੈ ਕੈਲਸ਼ੀਅਮ ਦਾ, ਮੈਗਨੀਸ਼ੀਅਮ ਦਾ, ਜ਼ਿੰਕ ਦਾ। ਤੇ ਪੰਜਵਾਂ ਟੈਸਟ ਤੁਸੀਂ ਕਰਾਉਣਾ ਆਪਣਾ ਕਿਡਨੀ ਦਾ। ਛੇਵਾਂ ਕਰਾਉਣਾ ਲਿਵਰ ਦਾ। ਇਹ 6 ਟੈਸਟ ਤੁਸੀਂ ਫੌਰਨ ਤੋਂ ਪਹਿਲੇ ਕਰਾਉਣੇ ਅਗਰ ਤੁਹਾਡੀਆਂ ਲੱਤਾਂ 'ਚ ਦਰਦ ਹੁੰਦੀ ਹੈ। ਜਾਂ ਦੂਸਰੀ ਰੀਜ਼ਨ ਵੀ ਇਹਦੀ ਦੱਸ ਦਿੰਦਾ ਨਾਲ ਹੀ, ਕਿ ਅਗਰ ਤੁਹਾਨੂੰ ਫਟੀਗ ਰਹਿੰਦੀ ਹੈ, ਤੁਸੀਂ ਫੀਲ ਕਰਦੇ ਹੋ ਕਿ ਥੋੜ੍ਹਾ ਜਿਹਾ ਤੁਸੀਂ ਕੰਮ ਕੀਤਾ ਤੇ ਤੁਸੀਂ ਥੱਕ ਗਏ, ਥੋੜ੍ਹਾ ਜਿਹਾ ਚੱਲ ਕੇ ਗਏ ਕਿਤੇ ਤੇ ਤੁਸੀਂ ਥਕਾਵਟ ਹੋ ਗਈ, ਤੁਹਾਨੂੰ ਤੁਹਾਡਾ ਬੈਠਣ ਨੂੰ ਦਿਲ ਕਰਦਾ, ਜਾਂ ਥੋੜ੍ਹਾ ਜਿਹਾ 10-20 ਮਿੰਟ, ਘੰਟਾ, ਅੱਧਾ ਘੰਟਾ ਕੋਈ ਵਰਕ ਕੀਤਾ ਤੇ ਉਹਦੇ ਨਾਲ ਤੁਹਾਨੂੰ ਥਕਾਵਟ ਹੋ ਜਾਂਦੀ। ਜਦੋਂ ਤੁਸੀਂ ਸ਼ਾਮ ਨੂੰ ਘਰ ਆਉਂਦੇ ਹੋ ਤਾਂ ਤੁਹਾਡਾ ਬੁਰਾ ਹਾਲ ਹੁੰਦਾ, ਜਾਂ ਤੁਸੀਂ ਸਵੇਰ ਨੂੰ ਜਦੋਂ ਉੱਠਦੇ ਹੋ ਤੁਹਾਡਾ ਉੱਠਣ ਨੂੰ ਦਿਲ ਨਹੀਂ ਕਰਦਾ, ਥਕਾਵਟ ਫੀਲ ਹੋ ਰਹੀ ਹੁੰਦੀ ਹੈ। ਇਹਦਾ ਮਤਲਬ ਹੈ ਕਿ ਤੁਹਾਡੇ ਖੂਨ 'ਚ ਜਾਂ ਤਾਂ ਆਇਰਨ ਦੀ ਕਮੀ ਹੈ, ਜਾਂ ਹੀਮੋਗਲੋਬਿਨ ਘੱਟ ਹੋ ਗਿਆ ਹੈ, ਜਾਂ ਵਿਟਾਮਿਨ ਡੀ ਦੀ ਕਮੀ ਹੈ, ਜਾਂ ਕੈਲਸ਼ੀਅਮ ਦੀ ਕਮੀ ਹੈ। ਕਿਸੇ ਨਾ ਕਿਸੇ ਇਹਨਾਂ ਚੀਜ਼ਾਂ 'ਚੋਂ ਕਿਸੇ ਦੀ ਕਮੀ ਹੋ ਗਈ ਹੈ ਤੇ ਇੱਥੋਂ ਹੀ ਅਨੀਮੀਆ ਦਾ ਸਟਾਰਟ ਹੁੰਦਾ। ਜਦੋਂ ਅਸੀਂ ਅਨੀਮੀਆ ਦੀ ਗੱਲ ਕਰਦੇ ਹਾਂ ਤੇ ਇਹਨੂੰ ਜ਼ਿਆਦਾਤਰ ਤੇ ਵੀਕਨੈਸ ਨਾਲ ਹੀ ਡੀਲ ਕੀਤਾ ਜਾਂਦਾ ਹੈ, ਯਾਨੀ ਵੀਕਨੈਸ ਤੋਂ ਹੀ ਇਹਦਾ ਪਤਾ ਲੱਗਦਾ। ਆਲਮੋਸਟ 6% ਦੁਨੀਆ ਦੀ ਆਬਾਦੀ ਨੂੰ ਅਨੀਮੀਆ ਹੈ, ਜਿਹਨੂੰ ਖੂਨ ਦੀ ਕਮੀ ਕਹਿੰਦੇ 6%। ਤੇ ਤੁਸੀਂ ਉਸ 6% 'ਚ ਹੈਗੇ ਹੋ ਤੇ ਫੌਰਨ ਤੋਂ ਪਹਿਲਾਂ ਉਹਦੇ 'ਚੋਂ ਬਾਹਰ ਨਿਕਲੋ, ਇਹਦੀ ਦਵਾਈ ਲਵੋ, ਇਹਦਾ ਇਲਾਜ ਕਰੋ, ਜਿਹੜਾ ਹੁਣ ਅੱਗੇ ਮੈਂ ਦੱਸਣ ਲੱਗਾ ਤੁਹਾਨੂੰ। ਹੁਣ ਇਹਦੀ ਸਿੰਪਟਮਸ ਕੀ ਨੇ। ਤੁਸੀਂ ਅਗਰ ਆਪਣੀਆਂ ਅੱਖਾਂ 'ਤੇ ਨਜ਼ਰ ਮਾਰੋ, ਇਸ ਤਰ੍ਹਾਂ ਖੋਲ੍ਹ ਕੇ ਤੁਸੀਂ ਮਿਰਰ ਦੇ ਅੱਗੇ ਖੜ੍ਹੇ ਹੋ ਕੇ ਦੇਖੋ ਕਿ ਤੁਹਾਨੂੰ ਅੱਖਾਂ ਆਪਣੀਆਂ ਯੈਲੋਇਸ਼ ਹਲਕੀਆਂ ਲੱਗਦੀਆਂ, ਹਲਕੀਆਂ ਪੀਲੀਆਂ, ਜਿਹਨੂੰ ਆਪਾਂ ਕਹਿੰਦੇ ਪੇਲ ਫੀਲ ਹੋ ਰਹੀਆਂ, ਜਾਂ ਤੁਹਾਡੇ ਮਸੂੜਿਆਂ 'ਚੋਂ ਖੂਨ ਆਉਂਦਾ। ਤੁਸੀਂ ਨੋਟ ਕਰੋ ਮਸੂੜਿਆਂ 'ਚੋਂ ਖੂਨ ਆਉਂਦਾ ਤੇ ਉਹ ਵੀ ਇਸੇ ਦੀ ਨਿਸ਼ਾਨੀ ਹੈ। ਤੀਸਰਾ, ਇਹ ਲੇਡੀਜ਼ ਨੂੰ ਅਕਸਰ ਹੁੰਦਾ ਜਿਨ੍ਹਾਂ ਨੂੰ ਪੀਰੀਅਡਸ ਪ੍ਰੋਲੋਂਗਡ ਰਹਿੰਦੇ ਨੇ,
ज़्यादा देर तक ज़्यादा लंबे समय तक उन्होंने पीਰੀयड्स आए रहंदे ने 6-7 डेज़ तो ज़्यादा डेज़ आते हैं और जल्दी जल्दी आ जाते हैं उन्हां च भी खून की कमी हो सकती है और बल्कि डेफिनेटली होंदी है। तीसरा तुहानूं मैं अगे दस दिता कि वीकनेस होंदी है तुहानूं। चौथा इहदा है वे कि तुहाड़ियां लत्तां च दर्द होंदी है। फिर पंजवां है कि तुहाडे ਇਹ ਜਿਹੜੇ लिप्स है ये तुसीं अगर गौर करो तो वाइटिश फील होंदे सफ़ेद वाइट लगते हैं तुहानूं। तुसीं मिरर च खड़े होकर देखो तुहानूं लिप्स वाइट फील होणगे और अगर इन्हां ते तुहानूं क्रैक्स नज़र आ रहे हैं तो फिर तो कन्फर्म श्योरली तुहानूं खून की कमी है वे। ये जिहड़े क्रैक्स होंदे ने उदों ही आंदे ने जदों या तो पानी की कमी है तो या तुहाडे अंदर खून की कमी है। इनू एनीमिया कहा जाता है और इस तो फौरी तौर पर तुहानूं इंडिकेशन हो जानी चाहिए है कि मैं हुण इहदा इलाज शुरू करा। फिर इस तो अलावा तुहाडे पैर अक्सर लोगों के ठंडे रहंदे ने, हत्थ भी ठंडे रहंदे ने। तुसीं उन्हां नाल हत्थ मिलाओ, इस तरह हत्थ टच करो तो इंज फील होएगा जिवें बर्फ़ वाले हत्थ ने, या उन्हां दे पैर उन्हां नूं खुद ही फील होंदे ने कि बर्फीले पैर होए हुए ने, ठंडे पैर ने। खास तौर पर जदों रात नूं लेटदे ने उन्हां नूं ओह पैर ठंडे फील होंदे ने तो ਉਹਦਾ मतलब भी यही है कि ਤੁਹਾਨੂੰ खून की कमी है। फिर ਤੁਹਾਨੂੰ सांस चढ़ जाता है, सांस फुल जाता है, इनू शॉर्टनेस ऑफ ब्रीथ कहते हैं। अगर शॉर्टनेस ऑफ ब्रीथ है, जल्दी जल्दी सांस चढ़ता है तो ਤੁਹਾਨੂੰ आयरन भी घट है तो ਤੁਹਾਡੀ बॉडी च खून की कमी है, ਤੁਹਾਡੀ ऑक्सीजन की सप्लाई भी घट हो सकती है, शायद मास्क की वजह तो ये ज़्यादा फील हो रहा हो। फिर ਤੁਹਾਨੂੰ सिर दर्द रहता अक्सर लोगों जो सिर दर्द होंदा है वो ध्यान नहीं करते, वो समझते हैं कि शायद ठंड लगी है या बुखार हो रहा है या कोई होर छोटा मोटा मैनूं मसला हो रहा है। वो सिर दर्द नूं एवें एक आम बीमारी समझते हैं। सिर दर्द जिहड़ा है वो बड़ी वड्डी इंडिकेशन है खून की कमी की या आयरन की कमी की। अगर तुहानूं अद्धे सिर च सिर दर्द होंदा है फिर तुसीं नाल अपना ब्लड प्रेशर भी चैक करो। अगर तुहाडा ब्लड प्रेशर लो है इट मीनस तुहानूं कन्फर्म तुहाडा आयरन भी लो है नाल, जिस अद्धे सिर च दर्द हो रहा। अद्धे सिर का दर्द जिन्होंने असी माइग्रेन भी कहने, ये बहुत डेंजरस चीज़ है, ये बड़ी मुश्किल नाल ठीक होंदी है। सिर्फ और सिर्फ होम्योपैथिक जिहदा इलाज है, अदरवाइज इसदा इलाज नहीं हो सकता। तो उस तो पहले कि तुसी माइग्रेन तक पहुँच जाओ तुसी इहनूं फटाफट डील करो और अपने ब्लड प्रेशर नूं चैक करके तो वो वाले एहतियातां शुरू कर दिओ जिहड़ियां मैं तुहानूं दसियां नहीं दसन लगा। ਇਹਦੀ कॉजेज़ की हो सकदियां। ਉਹ ਲੋਕ ਜਿਹੜੇ ਕੋਈ ਡਰੱਗਸ ਲੈਂਦੇ ਨੇ ਜਾਂ ਮੈਡੀਸਨਸ ਖਾਂਦੇ ਨੇ, ਐਂਟੀਬਾਇਓਟਿਕਸ ਖਾਂਦੇ ਨੇ ਜਾਂ पेन किलर्स खाण ਦੇ आदी ने। छोटी जी गल हुई टैलीनॉल लै लो, पेन किलर लै लो, फलानी पेन किलर लै लो, डिस्परिन लै लो, पैनाडोल लै लो, बुखार होया फटाफट गोली लै लो। ਜਿਹੜੇ लोग बीमारियां नूं फौरी तौर पर ਜਿਹੜੀ ट्रडिशनल साड़ी मैडिसन है एलोपैथिक मैडिसन उन्होंने ट्रीट करने की कोशिश करते हैं या कोई ड्रग लैन के आदी ने, जिमें कई लोगों अफीम खाने की आदत होंदी है या कोई होर ड्रग लैन के आदी ने, उन्होंने खून की कमी बहुत जल्दी होंदी है। फिर वो लोग जोड़े अल्कोहल ज़्यादा लैंदे ने, शराब ज़्यादा पींदे ने या 2 पैग रोज़ दे अगर कोई शराब पी रहा है या 1 पैग भी पी रहा है तो उन्होंने डेफिनेटली खून की कमी होएगी और वो फौरी तौर पर अपना आयरन और होमोग्लोबिन चैक करवाए। फिर इस तरह वो लोग जोड़े चाय ज़्यादा पींदे ने या कैफीन किसी भी रस्ते ना कैफीन ज़्यादा लैंदे ने, जिहदे कॉफ़ी भी है चाय भी है, इन्हां दोवां चों कोई चीज़ अगर पींदे आदि ने 1 कप छोटा जिहा हाफ कप वो तो चलो ठीक है गुजारा कर सकता है, लेकिन अगर किसी शख्स को 2 वारी या 2 वारी तो ज़्यादा वारी पीने की आदत है और वह कप भी बड़े साइज़ का है तो तुसीं समझो कि उन्होंने अज नहीं तो कल खून की कमी होनी ही होनी है। फिर औरतों का मैं तुहानूं दस्सिया कि उन्होंने पीरीयड्स प्रोलोंग कर जाना उन्हों का टाइम, ਉਹਦੇ ਨਾਲ भी खून की कमी होंदी है। फिर प्रैगनेंसी यूजली हो जाता है खवातीन नूं, लेडीज़ नूं उन्होंने प्रैगनेंसी इसे लिए बहुत सारे वाइटामिनस और आयरन की पिल्स दित्तियां जांदियां ने ताकि उन्होंने खून की कमी दूर हो सके, जिहड़ी वो बच्चा यूटिलाइज़ कर लैंदा और उन्होंने बॉडी नूं वो ज़्यादातर चीज़ां नहीं मिलदियां जिहदी रिक्वायरमेंट होंदी है। तो इस वास्ते उन्होंने फौरी तौर पर ये चीज़ां दित्तियां जांदियां। इस तरह ही ये कॉजेज़ तो बाद आ जाओ हुण ये आपां किहड़ियां चीज़ां इहदे वास्ते बुरियां ने। एक तो तुहानूं दस्सिया कि चाय इहदे वास्ते बहुत बुरी है, तुसीं चाय नहीं पीनी। कैफीन जिहड़ी है वो हमेशा इहनूं तंग करदी है, ब्लड नूं तुहाडे लिवर नूं तंग करदी है, कैफीन तुहाडे किडनी नूं तंग करदी है, तुहाडे डाइजेस्टिव प्रोसैस नूं तंग करदी है। जदों तुहाडा मैदे दा प्रोसैस वीक हो जाता है कैफीन की वजह तो उदों तुहाडा खून बनना भी घट हो जाता है। एक तो ये चीज़। दूसरी सोडा नहीं पीना चाहिए, जिन्होंने खून की कमी होवे ऑलरेडी
ਉਹਨਾਂ ਨੂੰ ਸੋਡੇ ਤੋਂ ਅਵੋਇਡ ਕਰਨਾ ਚਾਹੀਦਾ ਹੈ। ਜਿੰਨਾ ਜ਼ਿਆਦਾ, ਜਿਵੇਂ ਕੋਕ ਹੈ, 7 ਅਪ ਹੈ, ਵਾਈਟ, ਕਾਲਾ, ਜਿਹੜਾ ਵੀ ਸੋਡਾ ਜਿਹੜੇ ਵੀ ਕਲਰ ਦਾ ਜਾਂ ਕਲਰਲੈਸ ਹੈ, ਉਹ ਦੋਨੋਂ ਇੱਕੋ ਜਿਹਾ ਹੀ ਨੁਕਸਾਨਦੇਹ ਹੈ। ਤੁਸੀਂ ਇਹ ਨਾ ਸਮਝੋ ਕਿ ਵਾਈਟ ਕਲਰ ਦਾ ਤੇ ਪੀਲੀ ਹੈ ਤੇ ਇਹ ਠੀਕ ਰਹੇਗਾ, ਨਹੀਂ, ਉਹ ਤੁਹਾਨੂੰ ਦੋਵੇਂ ਇੱਕੋ ਜਿਹਾ ਹੀ ਨੁਕਸਾਨ ਦੇਣਗੇ। ਫਿਰ ਸੋਏ ਦੀ ਪ੍ਰੋਡਕਟਸ ਖਾਣ ਵਾਲਿਆਂ ਨੂੰ ਅਕਸਰ ਖੂਨ ਦੀ ਕਮੀ ਹੋ ਜਾਂਦੀ ਹੈ। ਜਿਨ੍ਹਾਂ ਨੂੰ ਖੂਨ ਦੀ ਕਮੀ ਹੋਵੇ ਉਹਨਾਂ ਨੂੰ ਸੋਏ ਪ੍ਰੋਡਕਟਸ ਨਹੀਂ ਖਾਣੀ ਚਾਹੀਦੀ, ਮਿਲਕ ਨਹੀਂ ਪੀਣਾ ਚਾਹੀਦਾ ਉਹਨਾਂ ਨੂੰ। ਕੈਲਸ਼ੀਅਮ ਦਾ ਕੋਈ ਹੋਰ ਸੋਰਸ ਲੈ ਲਓ, ਲੇਕਿਨ ਮਿਲਕ ਤੁਹਾਨੂੰ ਹੋਰ ਐਗਰੇਵੇਟ ਕਰੇਗਾ। ਇਹ 3-4 ਚੀਜ਼ਾਂ ਤੋਂ ਤੁਸੀਂ ਇਹਤਿਆਤ ਕਰਨੀ ਹੈ। ਖਾਣਾ ਕੀ ਚਾਹੀਦਾ ਤੁਹਾਡੇ ਲਈ? ਸਭ ਤੋਂ ਜਿਹੜੀ ਬੈਸਟ ਚੀਜ਼ ਹੈ ਉਹ ਹੈ ਫਿਸ਼, ਜਿਹਦੇ 'ਚ ਸੈਲਮਨ ਫਿਸ਼ ਹੈ, ਟੂਨਾ ਫਿਸ਼ ਹੈ। ਇਹ ਅਗਰ ਤੁਸੀਂ ਫਿਸ਼ ਦਾ ਇਸਤੇਮਾਲ ਹਫਤੇ 'ਚ 2-3 ਦਫਾ ਮਿਨੀਮਮ ਕਰਨਾ ਸ਼ੁਰੂ ਕਰ ਦਿਓ ਤੇ ਇਹ ਕਿਸੇ ਹੱਦ ਤੱਕ ਬੈਲੈਂਸ ਹੋਣਾ ਸ਼ੁਰੂ ਹੋ ਜਾਏਗਾ। ਕਿਸੇ ਹੱਦ ਤੱਕ ਇਹ ਡਿਪੈਂਡ ਕਰਦਾ ਕਿ ਤੁਹਾਡੇ ਅੰਦਰ ਕਿੰਨੀ ਕਮੀ ਹੈ ਖੂਨ ਦੀ, ਕਿਹੜੇ ਲੈਵਲ ਤੇ ਤੁਹਾਡਾ ਟੈਸਟ ਹੈ। ਅਗਰ ਤੁਹਾਡਾ ਲੈਵਲ ਖਾਸਾ ਲੋ ਹੈ ਤਾਂ ਫਿਰ ਇਹਨੂੰ ਟਾਈਮ ਲੱਗੇਗਾ, ਔਰ ਅਗਰ ਤੁਹਾਡਾ ਲੈਵਲ ਹਾਈ ਹੈ, ਮਤਲਬ ਹਾਈ ਦੇ ਕਰੀਬ ਹੈ, ਜਿੱਥੇ ਨਾਰਮਲ ਹੈ ਉਹਦੇ ਕਰੀਬ ਹੈ, ਤੇ ਫਿਰ ਤੁਹਾਨੂੰ ਥੋੜ੍ਹੇ ਟਾਈਮ 'ਚ ਤੁਸੀਂ ਬੈਟਰ ਹੋਣਾ ਸ਼ੁਰੂ ਹੋ ਜਾਓਗੇ। ਇੱਕ ਤਾਂ ਪਹਿਲੀ ਚੀਜ਼ ਫਿਸ਼ ਖਾਣੀ ਸ਼ੁਰੂ ਕਰੋ। ਦੂਸਰੀ ਮਲਬਰੀਜ਼ ਹੁੰਦੇ ਜਿਹੜੇ ਆਪਣੇ ਸ਼ਤੂਤ ਹੁੰਦੇ ਨੇ, ਸ਼ਤੂਤ ਖਾਣ ਵਾਲਿਆਂ ਨੂੰ ਖੂਨ ਦੀ ਕਮੀ ਦੂਰ ਹੋ ਜਾਂਦੀ ਹੈ। ਤੀਸਰੀ ਇੱਕ ਬੜੀ ਅੱਛੀ ਚੀਜ਼ ਹੈ ਫਿਗ, ਜਿਹਨੂੰ ਆਪਾਂ ਇੰਜੀਰ ਕਹਿੰਦੇ ਹਾਂ, ਡਰਾਈ ਇੰਜੀਰਾਂ। ਉਹ ਅਗਰ ਤੁਸੀਂ ਰਾਤ ਨੂੰ 3 ਇੰਜੀਰਾਂ ਰਾਤ ਨੂੰ 1 ਗਲਾਸ ਪਾਣੀ 'ਚ ਪਾ ਕੇ ਭਿਗੋ ਕੇ ਰੱਖ ਦਿਓ, ਸੁਬਾਹ ਉੱਠ ਕੇ ਤੁਸੀਂ ਜਸਟ ਉਹ ਇੰਜੀਰ ਖਾ ਕੇ ਤੇ ਉੱਪਰੋਂ ਪਾਣੀ ਪੀ ਲਓ ਉੱਠਦਿਆਂ ਹੀ, ਬਰਸ਼ ਕਰਨ ਤੋਂ ਬਾਅਦ ਪਹਿਲਾ ਕੰਮ। ਤੇ ਤੁਹਾਨੂੰ 1 ਮਹੀਨੇ 20 ਦਿਨ 'ਚ ਹੀ ਪਤਾ ਲੱਗ ਜਾਏਗਾ ਕਿ ਤੁਹਾਡੇ ਖੂਨ ਦੀ ਕਮੀ ਦੂਰ ਹੋਣਾ ਸ਼ੁਰੂ ਹੋ ਜਾਏਗੀ। ਇਹ ਲਿਵਰ ਨੂੰ, ਕਿਡਨੀ ਨੂੰ, ਡਾਈਜੈਸਟਿਵ ਸਿਸਟਮ ਨੂੰ ਟ੍ਰਿਗਰ ਕਰਦੀ ਹੈ, ਬੈਟਰ ਕਰਦੀ ਹੈ, ਇਹਨਾਂ ਨੂੰ ਅੱਛਾ ਕਰਦੀ ਹੈ, ਇੰਪਰੂਵ ਕਰਦੀ ਹੈ। ਇਹ ਹੱਡੀਆਂ ਨੂੰ ਵੀ ਇੰਪਰੂਵ ਕਰਦੀ ਹੈ। ਫਿਗ ਇੱਕ ਮੁਕੰਮਲ ਗਜ਼ਾ ਹੈ, ਇੱਕ ਮੁਕੰਮਲ ਗਜ਼ਾ। ਅਗਰ ਤੁਸੀਂ ਇਹ 3 ਇੰਜੀਰਾਂ ਖਾਣ ਦੀ ਆਦਤ ਪਾ ਲਓ, ਖਾਸ ਤੌਰ 'ਤੇ ਗਰਮੀਆਂ 'ਚ, ਤੇ ਤੁਹਾਡੇ ਅੰਦਰ ਖੂਨ ਦੀ ਕਮੀ ਰਹਿ ਨਹੀਂ ਸਕਦੀ। ਫਿਰ ਅਗਰ ਤੁਸੀਂ ਸਵੇਰ ਨੂੰ ਇੰਜੀਰ ਖਾਧੀ ਹੈ ਤੇ ਸ਼ਾਮ ਨੂੰ ਤੁਸੀਂ, ਅਗਰ ਤੁਹਾਨੂੰ ਸ਼ੂਗਰ ਨਹੀਂ ਹੈ, ਤਾਂ ਤੁਸੀਂ 2-3 ਖਜੂਰਾਂ ਖਾਣ ਦੀ ਆਦਤ ਪਾ ਲਓ। ਡੇਟਸ ਜਿਹਨੂੰ ਕਹਿੰਦੇ, ਖਜੂਰਾਂ, ਅੱਛੀ ਕੁਆਲਿਟੀ ਦੀਆਂ ਖਜੂਰਾਂ ਲਈਆਂ, ਸ਼ਾਮ ਨੂੰ ਉਹਨਾਂ ਨੂੰ ਵੈਸੇ ਹੀ ਉਹਦੀ ਗੁਠਲੀ ਕੱਢ ਕੇ ਤੇ ਵੈਸੇ ਹੀ ਖਾ ਲਿਆ ਜਦੋਂ ਸ਼ਾਮ ਦੀ ਚਾਹ ਪੀਨੇ ਉਦੋਂ। ਜਿਹੜੀਆਂ ਇੰਜੀਰ ਹੈ, ਫਿਗ ਔਰ ਖਜੂਰ, ਇਹ ਇਕੱਠੀਆਂ ਨਹੀਂ ਲਈਦੀਆਂ, ਇਹਨਾਂ ਨੂੰ ਸੈਪਰੇਟ ਟਾਈਮ 'ਤੇ ਲਈਦਾ। 10-12 ਘੰਟੇ ਦਾ ਇਹਦੇ 'ਚ ਡਿਫਰੈਂਸ ਜ਼ਰੂਰ ਪਾਉਣਾ ਚਾਹੀਦਾ। ਇਹ ਦੋਨੇ ਇੱਕ ਦੂਸਰੇ ਦੇ ਆਪੋਜ਼ਿਟ ਕੁਛ ਚੀਜ਼ਾਂ ਕਰਦੀਆਂ ਨੇ, ਉਹ ਠੀਕ ਨਹੀਂ ਹੁੰਦੀਆਂ ਬਾਡੀ ਲਈ। ਇਹ ਇਕੱਠੀਆਂ ਨਹੀਂ ਲੈ ਸਕਦੇ ਤੁਸੀਂ, ਇਹਨਾਂ ਨੂੰ ਫਰਕ ਪਾ ਕੇ ਲਵੋ। ਇਹ ਚੀਜ਼ਾਂ ਹੋ ਗਈਆਂ। ਉਸ ਤੋਂ ਇਲਾਵਾ ਤੁਸੀਂ ਬਨਾਨਾ ਖਾ ਸਕਦੇ ਹੋ। ਫਿਰ ਪ੍ਰੂਨਸ ਹੁੰਦੀਆਂ ਨੇ, ਪ੍ਰੂਨਸ ਖਾ ਸਕਦੇ ਹੋ। ਵਿਟਾਮਿਨ B12 ਲੈ ਸਕਦੇ ਹੋ। ਤੁਸੀਂ ਬੀਨਸ ਵਾਲੀਆਂ ਚੀਜ਼ਾਂ ਖਾ ਸਕਦੇ ਹੋ। ਤੁਸੀਂ ਬਲੂਬੈਰੀਜ਼ ਖਾ ਸਕਦੇ ਹੋ। ਕੇਲ ਤੁਸੀਂ ਦੇਖੇ ਹੋਣੇ, ਅਕਸਰ ਕੇਲ ਲੋਕ ਖਾਂਦੇ ਨੇ, ਸਬਜ਼ੀ ਕੇਲ ਦੀ, ਉਹ ਇਹਦੇ ਲਈ ਬੜੀ ਅੱਛੀ ਹੈ। ਇਸੇ ਤਰ੍ਹਾਂ ਇਹ ਚੀਜ਼ਾਂ ਨੈਚੁਰਲ ਜਿਹੜੀਆਂ ਪ੍ਰੋਡਕਟਸ ਆ, ਇਹ ਤੁਸੀਂ ਐਡ ਅਪ ਕਰ ਲਓ ਆਪਣੀ ਫੂਡ 'ਚ, ਤੇ ਤੁਹਾਨੂੰ ਕਿਸੇ ਦਵਾਈ ਦੀ ਜ਼ਰੂਰਤ ਨਹੀਂ ਰਹੇਗੀ। ਹਾਂ, ਅਗਰ ਤੁਹਾਡਾ ਬਲੱਡ ਪ੍ਰੈਸ਼ਰ ਲੋ ਹੁੰਦਾ ਹੈ ਔਰ ਤੁਹਾਨੂੰ ਸਿਰ ਦਰਦ ਵੀ ਹੋਣਾ ਸ਼ੁਰੂ ਹੋ ਗਿਆ, ਤੁਸੀਂ ਫੀਲ ਕਰਦੇ ਹੋ ਕਿ ਮੈਨੂੰ ਅਕਸਰ ਸਿਰ ਦਰਦ ਹੁੰਦਾ ਹੈ ਔਰ ਕਈ ਵਾਰੀ ਹਾਫ ਸਿਰ ਦਾ ਦਰਦ ਹੁੰਦਾ, ਜਿਹਨੂੰ ਮਾਈਗ੍ਰੇਨ ਕਹਿੰਦੇ ਆ, ਤਾਂ ਫਿਰ ਤੁਸੀਂ ਨਾਲ ਸਾਰੇ ਨਟਸ ਐਡ ਕਰੋ। ਬਹੁਤ ਜ਼ਿਆਦਾ ਨਹੀਂ, ਥੋੜ੍ਹੇ। ਜਿਸ ਤਰ੍ਹਾਂ ਮੈਂ ਤੁਹਾਨੂੰ ਕੁਆਂਟੀਟੀ ਦੱਸਦਾ ਕਿ 5-7 ਤੁਸੀਂ ਐਡ ਕਰੋ ਉਹਦੇ 'ਚ ਕਾਜੂ, ਪਿਸਤੇ 1 ਮੁੱਠੀ ਭਰ ਕੇ। ਅਗਰ ਤੁਹਾਡਾ BP ਵੀ ਲੋ ਰਹਿੰਦਾ ਔਰ ਸਿਰ ਦਰਦ ਹੁੰਦਾ ਲੋ BP ਦੀ ਵਜ੍ਹਾ ਤੋਂ, ਹਾਈ ਤੋਂ ਹੁੰਦਾ, ਫਿਰ ਇਹ ਐਡ ਨਾ ਕਰਨਾ। ਕਾਜੂ 4-5-7-10 ਮੈਕਸਿਮਮ, 1 ਮੁੱਠੀ, ਬੜੀ ਮੁੱਠੀ ਭਰ ਕੇ ਪਿਸਤੇ, ਪਿਸਤਾਸ਼ੀਓ ਜਿਹਨੂੰ ਆਪਾਂ ਕਹਿੰਦੇ ਹਾਂ, ਤੇ 2 ਅਖਰੋਟ। ਹੋਰ ਵੀ ਜਿੰਨੇ ਨਟਸ ਨੇ ਥੋੜ੍ਹੇ ਕਰਕੇ ਤੁਸੀਂ ਇਹਦੇ 'ਚ ਐਡ ਕਰ ਸਕਦੇ ਹੋ, ਲੇਕਿਨ ਬਹੁਤ ਛੋਟੀ ਕੁਆਂਟੀਟੀ 'ਚ। ਸਿਰਫ ਪਿਸਤੇ 1 ਮੁੱਠੀ ਭਰ ਕੇ ਲੈਣੇ ਨੇ, ਔਰ ਇਹ ਵੀ ਉਦੋਂ ਤੱਕ ਲੈਣੇ ਨੇ ਜਦੋਂ ਤੱਕ ਤੁਹਾਡਾ ਬਲੱਡ ਪ੍ਰੈਸ਼ਰ बढ़ना नहीं शुरू हो जाता। जो ब्लड प्रेशर बढ़न लग जाए इन्हों फौरन रोक देना। और पानी की क्वांटिटी का बहुत ख्याल रखना। पानी एक बेसिक चीज़ है, ये 3-3.5 लीटर तुसी पानी जरूर ये पीना। ये चीज़ां तो हो गई रूटीन दियाँ। हुण तुसी इहदियां दवाइयां सुन लो। वो दवाइयां जड़ियां तुहानूं मार्केट च आम मिल जाणगियां, किसी डॉक्टर को जाने की जरूरत नहीं। अगर तुहानूं ये सारा कुछ है तो, अगर नहीं है तो फिर बगैर बिला वजह दवाइयां नहीं खानियां चाहिए। ये सब तो अच्छी जी दवाई है वह है फेरमैट। फेरमैट 30। ये दूसरी दवाई है फेरमफॉस 30। तीसरी दवाई है चाइना ऑफ, चाइना OFF ऑफिशियल इनू कहने असी चाइना, तुसी याद रखो बस, वो भी 30। चौथी दवाई है दी नेट्रम म्यूरेटिकम 30। नेट्रम म्यूरेटिकम
30। ਪੰਜਵੀਂ ਇਹਦੀ ਦਵਾਈ ਇਹ ਚਾਰਾਂ ਨੂੰ ਤੁਸੀਂ ਅਗਰ ਇਕੱਠਾ ਕਰ ਲਓ ਇੱਕ ਬੋਟਲ 'ਚ ਔਰ ਇਹਦੇ 10 ਡ੍ਰੌਪਸ ਦਿਨ 'ਚ 3-4 ਦਫਾ ਲੈਣੇ ਸ਼ੁਰੂ ਕਰ ਦਿਓ ਇੰਨੇ ਕੁ ਪਾਣੀ 'ਚ, ਤੇ ਇਹਨਾਂ ਨੂੰ ਇਕੱਠਾ ਕਰਨ ਤੋਂ ਬਾਅਦ 10 ਜਾਂ 15 ਡ੍ਰੌਪਸ ਇੰਨੇ ਕੁ ਪਾਣੀ 'ਚ, ਤੇ ਤੁਹਾਨੂੰ 15-20 ਦਿਨ 'ਚ ਹੀ ਫਰਕ ਫੀਲ ਹੋਣਾ ਸ਼ੁਰੂ ਹੋ ਜਾਏਗਾ। ਫਿਰ ਤੁਸੀਂ ਇਹਦੀ ਪੰਜਵੀਂ ਦਵਾਈ ਹੈ ਆਇਰਨ ਦਾ ਲੈਣਾ। ਤੁਸੀਂ ਕੋਈ ਵੀ ਮਾਰਕੀਟ 'ਚੋਂ ਲਿਕੁਇਡ ਆਇਰਨ ਪਰਚੇਜ਼ ਕਰੋ, ਉਸ ਲਿਕੁਇਡ ਆਇਰਨ ਦਾ ਅੱਧਾ ਚਮਚ ਸੁਬਹ ਔਰ ਅੱਧਾ ਚਮਚ ਸ਼ਾਮ, ਕੋਈ ਬਹੁਤ ਅੱਛੀ ਕੁਆਲਿਟੀ ਦਾ ਲੈਣਾ। ਬਹੁਤ ਸਸਤੇ ਵੀ ਮਾਰਕੀਟ 'ਚ ਪਏ ਨੇ ਜਿਹੜੇ ਅਥੈਂਟਿਕ ਨਹੀਂ ਐਡੇ। ਤੁਸੀਂ ਕਿਸੇ ਅੱਛੀ ਕੁਆਲਿਟੀ ਦਾ ਆਇਰਨ ਲਵੋ, ਅੱਧਾ ਚਮਚ ਸੁਬਹ ਔਰ ਅੱਧਾ ਚਮਚ ਸ਼ਾਮ ਉਹਦਾ ਲੈਣਾ ਸ਼ੁਰੂ ਕਰ ਦਿਓ। ਔਰ ਕੰਟੀਨਿਊਸਲੀ ਆਪਣੇ ਆਇਰਨ ਨੂੰ ਔਰ HB ਨੂੰ ਚੈੱਕ ਰੱਖੋ। HB ਮੀਨ ਹੋਮੋਗਲੋਬਨ। ਇਹਨਾਂ ਨੂੰ ਕੰਟੀਨਿਊਸਲੀ ਚੈੱਕ ਰੱਖੋ, ਹਰ ਮਹੀਨੇ ਦਾ ਟੈਸਟ ਕਰਾਓ ਜਦੋਂ ਤੱਕ ਇਹ ਨਾਰਮਲ ਨਹੀਂ ਹੋ ਜਾਂਦੇ। ਜਦੋਂ ਇਹ ਨਾਰਮਲ ਹੋ ਜਾਣ ਫਿਰ ਇਹਦਾ ਟੈਸਟ 3 ਮਹੀਨੇ ਤੇ ਕਰਾਓ, ਲੇਕਿਨ ਦਵਾਈਆਂ ਫਿਰ ਵੀ ਕੰਟੀਨਿਊ ਰੱਖੋ ਕੁਛ ਅਰਸਾ, ਕਿਉਂਕਿ ਇਹ ਵਾਪਸ ਰਿਵਰਸ ਵੀ ਹੋ ਜਾਂਦਾ ਹੁੰਦਾ। ਫਿਰ ਇਸੇ ਤਰ੍ਹਾਂ ਤੁਸੀਂ ਕੋਈ ਇੰਟਰਨੈਸ਼ਨਲ ਯੂਨਿਟ ਹੁੰਦਾ ਇੱਕ 400 IU ਵਿਟਾਮਿਨ D ਦਾ, ਵਿਟਾਮਿਨ D 400 ਦੇ ਅਰਾਊਂਡ IU ਤੁਸੀਂ ਰੋਜ਼ ਲਵੋ। ਉਹ ਵੀ ਲਿਕੁਇਡ ਵਿਟਾਮਿਨ Ds ਮਿਲ ਜਾਂਦੇ ਨੇ ਮਾਰਕੀਟ 'ਚੋਂ, ਉਹ 400 ਦੇ ਅਰਾਊਂਡ ਉਹ ਤੁਹਾਡੀ ਰੋਜ਼ ਦੀ ਰਿਕੁਆਇਰਮੈਂਟ ਹੈ, ਉਹ ਤੁਸੀਂ ਜ਼ਰੂਰ ਲੈਣਾ। ਫਿਰ ਇਸੇ ਤਰ੍ਹਾਂ ਇੱਕ ਹੋਰ ਸਾਡੀ ਦਵਾਈ ਹੈ ਕੈਲਕੇਰੀਆ ਫੌਸ। ਕੈਲਕੇਰੀਆ ਫੌਸ ਜਿਹੜੀ ਹੈ ਉਹ ਇੰਨੀ ਅੱਛੀ ਦਵਾਈ ਹੈ, ਉਹ ਡਾਈਜੈਸਟਿਵ ਸਿਸਟਮ ਨੂੰ ਇੰਪਰੂਵ ਕਰਦੀ ਹੈ, ਹੱਡੀਆਂ ਨੂੰ ਇੰਪਰੂਵ ਕਰਦੀ ਹੈ। ਕੈਲਕੇਰੀਆ ਫੌਸ 30। ਉਹ ਬਹੁਤ ਸਾਰੀਆਂ ਚੀਜ਼ਾਂ ਤੁਹਾਡੀ ਯਾਦਾਸ਼ਤ ਵਾਸਤੇ ਬੜੀ ਅੱਛੀ ਦਵਾਈ ਹੈ। ਅਕਸਰ ਲੋਕਾਂ ਨੂੰ ਆਰਥਰਾਈਟਸ ਹੋ ਜਾਂਦਾ, ਆਸਟੀਓਪਰੋਸਿਸ ਹੋ ਜਾਂਦਾ, ਉਹਦੀ ਉਹ ਬੜੀ ਅੱਛੀ ਦਵਾਈ ਹੈ। ਇਹ ਜਿਹੜੀਆਂ ਲੱਤਾਂ ਦੁਖਦੀਆਂ ਨੇ ਪਿੰਨੀਆਂ, ਉਹਦੀ ਉਹ ਦਵਾਈ ਹੈ ਕੈਲਕੇਰੀਆ ਫੌਸ। ਕੈਲਕੇਰੀਆ ਫੌਸ ਔਰ ਕੈਲਕੇਰੀਆ ਫਲੋਰ 30 ਨੂੰ ਅਗਰ ਤੁਸੀਂ ਲੈ ਕੇ ਮਿਕਸ ਕਰਕੇ ਇਹਦੇ ਵੀ ਅਗਰ 10 ਡ੍ਰੌਪਸ ਉਹਦੇ ਨਾਲ ਹੀ ਲੈਣੇ ਸ਼ੁਰੂ ਕਰ ਦਿਓ ਤੇ ਇਹ ਉਸ ਚੀਜ਼ ਨੂੰ ਹੋਰ ਬੈਟਰ ਕਰੇਗੀ। ਫਿਰ ਇਸੇ ਤਰ੍ਹਾਂ ਹੀ ਤੁਹਾਨੂੰ ਲਾਈਫ ਸਟਾਈਲ ਚੇਂਜ ਕਰਨ ਦੀ ਵੀ ਜ਼ਰੂਰਤ ਹੈ। ਬਹੁਤ ਸਾਰੇ ਲੋਕ ਖਾ ਲਿਆ ਪੀ ਲਿਆ ਤੇ ਬੈਠ ਗਏ। ਉਹ ਬੈਠਣ ਵਾਲੇ ਲੋਕਾਂ ਨੂੰ ਕੋਈ ਨਾ ਕੋਈ ਬਿਮਾਰੀ ਤੇ ਜ਼ਰੂਰ ਲੱਗਦੀ ਹੈ। ਮਿਨੀਮਮ ਜਿਹੜੀ ਉਹਨਾਂ ਨੂੰ ਬਿਮਾਰੀ ਲੱਗਦੀ ਹੈ ਉਹ ਆਸਟੀਓਪਰੋਸਿਸ ਹੈ, ਜਿਹਨੂੰ ਹੱਡੀਆਂ ਦੀ ਬਿਮਾਰੀ ਕਹਿੰਦੇ। ਖਾਣ ਪੀਣ ਵਾਲਾ ਤੇ ਬੈਠ ਜਾਣ ਵਾਲਾ ਇਹ ਲਾਈਫ ਸਟਾਈਲ ਇਹਨੂੰ ਚੇਂਜ ਕਰੋ। ਥੋੜ੍ਹੀ ਜਿਹੀ ਵਾਕ ਆਪਣੀ ਲਾਈਫ 'ਚ ਐਡ ਕਰੋ। 15 ਮਿੰਟ ਅਗਰ ਤੁਸੀਂ ਤੇਜ਼ ਬ੍ਰਿਸਕ ਵਾਕ ਰੋਜ਼ ਦੀ ਐਡ ਕਰ ਲਓ ਆਪਣੀ ਲਾਈਫ 'ਚ, ਤੁਸੀਂ ਆਪਣੀ ਜ਼ਿੰਦਗੀ ਨੂੰ ਆਲ ਟੂਗੈਦਰ ਚੇਂਜ ਹੁੰਦਾ ਦੇਖੋਗੇ। ਪਾਣੀ 3-3.5 ਲੀਟਰ ਜ਼ਰੂਰ ਪੀਆ ਕਰੋ। ਔਰ ਸਭ ਤੋਂ ਵੱਡਾ ਇਹਦਾ ਇਲਾਜ ਜਿਹੜਾ ਹੈ, ਸੜਨਾ ਬੰਦ ਕਰ ਦਿਓ। ਸੜਨਾ ਮੀਨ ਗੁੱਸਾ ਕਰਨਾ, ਹਰ ਵਕਤ ਗੁੱਸੇ 'ਚ ਰਹਿਣਾ, ਇਹਨੂੰ ਬੰਦ ਕਰ ਦਿਓ। ਹੱਸਣਾ ਸ਼ੁਰੂ ਕਰ ਦਿਓ। ਹੱਸਣ ਵਾਲੇ ਲੋਕਾਂ ਨੂੰ ਵੈਸੇ ਹੀ ਬਿਮਾਰੀਆਂ ਬਹੁਤ ਘੱਟ ਲੱਗਦੀਆਂ। ਜਿਹਦੇ ਮੂੰਹ 'ਤੇ ਹਰ ਵਕਤ ਸਮਾਈਲ ਰਹਿੰਦੀ ਹੈ, ਉਹ ਹੱਸਦਾ ਰਹਿੰਦਾ, ਉਹਨੂੰ ਦੂਸਰਾ ਬੰਦਾ ਦੇਖ ਕੇ ਵੈਸੇ ਹੀ ਖੁਸ਼ ਹੁੰਦਾ, ਉਹਦੇ ਦਿਲੋਂ ਵੈਸੇ ਹੀ ਅੱਛਾਈ ਨਿਕਲਦੀ ਉਹਦੇ ਵਾਸਤੇ। ਤੇ ਜਦੋਂ ਦਿਲੋਂ ਰੇਜ਼ ਅੱਛੀਆਂ ਨਿਕਲਦੀਆਂ ਤੇ ਉਹ ਤੁਹਾਡੇ 'ਤੇ ਵੀ ਅਸਰ ਕਰਦੀਆਂ। ਤੇ ਹੱਸਣਾ ਖੇਲਣਾ ਸ਼ੁਰੂ ਕਰ ਦਿਓ। ਸੜਨਾ, ਗੁੱਸਾ ਕਰਨਾ, ਟੈਨਸ਼ਨ ਲੈਣਾ, ਸਟ੍ਰੈਸ ਲੈਣਾ, ਬਾਈਪੋਲਰ ਆਪਣੇ ਆਪ ਨੂੰ ਕਰਨਾ, ਉਹਨੂੰ ਛੱਡ ਦਿਓ। ਤੁਸੀਂ ਵੈਸੇ ਹੀ ਚੇਂਜ ਦੇਖੋਗੇ ਆਪਣੀ ਲਾਈਫ 'ਚ। ਹੁਣ ਜਾਂਦਾ ਤੁਹਾਨੂੰ ਇੱਕ ਅੱਛੀ ਗੱਲ ਦੱਸ ਦਈਏ। ਇਸ ਗੱਲ ਦੱਸਣ ਤੋਂ ਬਗੈਰ ਮੈਂ ਜਾ ਨਹੀਂ ਸਕਦਾ, ਇਹ ਤੁਹਾਨੂੰ ਜ਼ਰੂਰ ਦੱਸਣੀ ਹੈ ਔਰ ਇਹਦੇ 'ਤੇ ਵੀ ਤੁਸੀਂ ਜ਼ਰੂਰ ਅਮਲ ਕਰਨਾ। ਅਗਰ ਤੁਸੀਂ ਕਿਸੇ ਨੇ ਆਪਣੀ ਨਜ਼ਰ 'ਚ ਕਿਸੇ ਦੀ ਨਜ਼ਰ 'ਚ ਆਪਣੀ ਇੱਜ਼ਤ ਦੇਖਣੀ ਹੋਵੇ, ਕਿਸੇ ਦੀ ਨਜ਼ਰ 'ਚ ਆਪਣੀ ਇੱਜ਼ਤ ਦੇਖਣੀ ਹੋਵੇ, ਤੇ ਤੁਸੀਂ ਆਪਣੀ ਨਜ਼ਰ 'ਚ ਉਹਦੀ ਇੱਜ਼ਤ ਦਾ ਧਿਆਨ ਮਾਰ ਲਓ ਕਿ ਤੁਸੀਂ ਉਹਦੀ ਕਿੰਨੀ ਇੱਜ਼ਤ ਕਰਦੇ ਹੋ। ਜਿੰਨੀ ਤੁਸੀਂ ਦੇਖਣਾ ਚਾਹੁੰਦੇ ਹੋ ਨਾ, ਓਨੀ ਉਹਦੀ ਇੱਜ਼ਤ ਵਧਾ ਦਿਓ। ਅਗਰ ਤੇ ਉਹ ਖਾਨਦਾਨੀ ਬੰਦਾ ਹੋਏਗਾ ਤੇ ਉਹ ਤੁਹਾਨੂੰ ਵੀ ਰੈਸੀਪ੍ਰੋਕੇਟ ਕਰੇਗਾ, ਓਨੀ ਹੀ ਇੱਜ਼ਤ ਦੇਵੇਗਾ। ਜਿੰਨੀ ਤੁਸੀਂ ਉਹਨੂੰ ਦੇ ਰਹੇ ਹੋ ਉਹ ਸ਼ਾਇਦ ਉਸ ਤੋਂ ਵੱਧ ਕੇ ਦੇਵੇਗਾ। ਤੇ ਜਿਹੜਾ ਜ਼ਰਾ ਮੇਰੇ ਵਰਗਾ ਨਲਾਇਕ ਆਦਮੀ ਹੋਏਗਾ ਉਹ ਸ਼ਾਇਦ ਨਾ ਦੇਵੇ ਉਨੀ ਇੱਜ਼ਤ, ਲੇਕਿਨ ਅੱਛੇ ਬੰਦੇ ਤੁਹਾਨੂੰ ਉਸ ਤੋਂ ਵੱਧ ਕੇ ਇੱਜ਼ਤ ਦੇਣਗੇ। ਲਿਹਾਜ਼ਾ ਕਿਸੇ ਦੀ ਨਜ਼ਰ 'ਚ ਆਪਣੀ ਇੱਜ਼ਤ ਦੇਖਣੀ ਹੈ ਤੇ ਉਹ ਆਪਣੀ ਨਜ਼ਰ 'ਚ ਉਹਦੀ ਇੱਜ਼ਤ ਓਨੀ ਹੀ ਕਰ ਦਿਓ ਜਿੰਨੀ ਤੁਸੀਂ ਉਹਦੀ ਨਜ਼ਰ 'ਚ ਆਪਣੀ ਦੇਖਣਾ ਚਾਹੁੰਦੇ ਹੋ। ਤੇ ਥੈਂਕ ਯੂ ਵੈਰੀ ਮੱਚ। ਰੱਬ ਤੁਹਾਡੇ ਨਾਲ ਹੋਵੇ, ਤੁਹਾਨੂੰ ਬਿਮਾਰੀਆਂ ਤੋਂ ਰੱਬ ਬਚਾ ਕੇ ਰੱਖੇ। ਖੁਦਾ ਹਾਫਿਜ਼। ਥੈਂਕ ਯੂ।